20,000 करोड़ रुपया रेते चो आमदन करके दस दो, मैं सदन च नहीं आवांगा। मैं इस सदन च आना पर पूरी जिंदगी लिए बंद कर दूंगा। ये बहुत वड्डी गल आ। गल उन्नी करनी चाहिए है जिन्नी हो सके। इन्होंने कहा 6200 करोड़ रुपया पहला सानू सालाना आमदन होंदी सी ते हुण 9600 करोड़ रुपया होया करेगी। वो क्यों होया करेगी पता स्पीकर साहब? इंग्लिश जिहड़ी दारू है उहदा कोटा ही उड़ाता मादिया शेरा ने। पहला ही बजट ते समा बड़ा घट है। जी। मेरी बेनती है, चलो मैं इधर नूं नहीं आउंदा, फिर बाणी च लिखिया है उच्चे बोल ना बोलिए करतारो डरिए। सरदार सिमरनजीत सिंह मान नूं 4000 वोट पई सी इस तो पहला जो बाई इलैक्शन लड़ी सी। रब सच्चे पातशाह पता नहीं कदों किहड़ियां थां करदे ते किहनूं ठां करदे। नीवियां रुखां नूं फल लगदे आ। चलो मैं बजट ते आउणा जी, छड्डो इन्हां गल्लां। 20,000 स्पीकर शांति रखो। स्पीकर साहब हुण देखो किसी दा नाम नहीं लिया, किसी नूं ਉਹ ਵੈਸੇ ਹੀ ਕਹਿ ਦਿਓ ਵੀ ਰਹਿ ਕਰਕੇ ਆਏ ਆ ਰਾਜੇ ਵੜਿੰਗ ਨੂੰ ਬੋਲਣ ਨਹੀਂ ਦੇਣਾ। ਬੋਲਣ ਦਿਓ। ਵੈਸੇ ਹੀ ਕਹਿ ਦਿਓ ਮੈਂ ਕਿਸੇ ਦਾ ਨਾਂ ਨਹੀਂ ਲਿਆ, ਕਿਸੇ ਨੂੰ ਤੰਜ ਨਹੀਂ ਕੱਸਿਆ। ਵੈਸੇ ਕਹਿ ਦਿਓ ਵੀ ਆਪਾਂ ਇਹ ਰਹਿ ਕੀਤੀ ਹੈ, ਜਦੋਂ ਉਹ ਬੋਲੇਗਾ ਡਿਸਟਰਬ ਕਰਦੇ। ਤੁਸੀਂ ਚੇਅਰ ਨੂੰ ਐਡਰੈਸ ਕਰੋ। ਤੁਸੀਂ ਚੇਅਰ ਨੂੰ ਐਡਰੈਸ ਕਰੋ। ਸਪੀਕਰ ਸਾਹਿਬ ਕੋਈ ਮੈਂਬਰ ਡਿਸਟਰਬ ਨਹੀਂ ਕਰੇਗਾ। 20,834 ਲੋਕਾਂ ਨੇ ਇਹਨਾਂ ਨੇ ਕਿਹਾ ਸੁਝਾਅ ਦਿੱਤੇ। 27% ਔਰਤਾਂ ਨੇ ਸੁਝਾਅ ਦਿੱਤੇ। ਮੈਨੂੰ ਇੱਕ ਸੁਝਾਅ ਕੱਲ ਨੂੰ ਜਦੋਂ ਆਪਦੀ ਕਨਕਲੂਡ ਕਰਨਗੇ, ਰਿਵਿਊ ਬਜਟ ਤੇ ਪੇਸ਼ ਕਰਨਗੇ, ਇੱਕ ਮੈਨੂੰ ਇਹ ਦੱਸਣ ਕਿ ਜਨਤਾ ਦਾ ਕਿਹੜਾ ਸੁਝਾਅ ਸੀ, ਕਿਹੜੇ ਫਲਾਣੇ ਬੰਦੇ ਨੇ ਕਿਹੜਾ ਸੁਝਾਅ ਦਿੱਤਾ, ਉਹ ਜ਼ਰਾ ਜ਼ਰੂਰ, ਔਰ ਕਿਹੜੀ ਮੇਰੀ ਮਾਂ ਔਰਤ ਨੇ ਕਿਹੜਾ ਸੁਝਾਅ ਦਿੱਤਾ, ਉਹਦੇ ਬਾਅਦ ਜ਼ਰੂਰ ਦੱਸ ਦੇਣ। ਇਹ ਵੀ ਕਿਹਾ ਗਿਆ ਸੀ ਪੇਪਰਲੈਸ ਬਜਟ ਹੈ। 21 ਲੱਖ ਰੁਪਏ ਦਾ ਬੜਾ ਰੌਲਾ ਪਾਇਆ। ਇੱਕ ਵੱਡਾ ਤੋਹਫਾ ਪੰਜਾਬ ਨੂੰ ਜਿਸ ਤਰ੍ਹਾਂ ਦੀ ਆਦਤ ਹੈ, 21 ਲੱਖ ਰੁਪਇਆ ਬਚਾ ਲਿਆ ਗਿਆ। ਪੇਪਰਲੈਸ ਬਜਟ ਜੀ ਹੁਣ ਨਹੀਂ, ਕੱਲ ਕਿਤਾਬਾਂ ਵੀ ਛਪੀਆਂ, ਆ ਪੇਪਰਲੈਸ ਹੈ ਜੀ। ਹਰ ਕੰਪਨੀ ਨੂੰ ਮਸ਼ਹੂਰੀ ਦੇਣ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਦੇ ਨਹੀਂ, ਗੁਜਰਾਤ ਦੇ ਹਰ ਪੇਜ ਤੇ, ਫਰੰਟ ਪੇਜ ਤੇ ਐਡਸ। 3 ਮਹੀਨਿਆਂ ਚ ਜਨਾਬ ਚੰਗਾ ਫੈਸਲਾ ਲਿਆ। ਤੁਸੀਂ ਸਾਡੀ ਜਿਹੜੀ ਸਾਰੇ ਐਮਐਲਏ ਸਾਹਿਬਾਨਾਂ ਦੀ ਪੈਨਸ਼ਨ ਬੰਦ ਕੀਤੀ ਹੈ, ਚੰਗਾ ਫੈਸਲਾ ਹੈ, ਜਿਹਦੇ ਤੋਂ 8 ਕਰੋੜ ਰੁਪਇਆ ਸਾਲਾਨਾ ਨਾ ਬਚਤ ਹੋਏਗੀ। ਲੇਕਿਨ 29 ਕਰੋੜ ਰੁਪਇਆ 3 ਮਹੀਨਿਆਂ ਚ ਆਰਟੀਆਈ ਦੀ ਇਨਫੋਰਮੇਸ਼ਨ ਦੇ ਮੁਤਾਬਕ ਤੁਸੀਂ ਹੁਣ ਤੱਕ ਇਸ਼ਤਿਹਾਰਾਂ ਤੇ ਲਾ ਚੁੱਕੇ ਹੋ। ਵੇਸਟੇਜ ਆਫ ਮਨੀ। ਤੇ ਜਿਹੜੀ ਮਸ਼ਹੂਰੀ ਕੌਣ ਦਿੰਦਾ ਸਪੀਕਰ ਸਾਹਿਬ? ਜਿਹੜੀ ਕੰਪਨੀ ਚੱਲ ਨਾ ਰਹੀ ਹੋਵੇ, ਜਿਹੜੀ ਕੰਪਨੀ ਚੱਲ ਨਾ ਰਹੀ ਹੋਵੇ ਸਪੀਕਰ ਸਾਹਿਬ, ਉਹ ਮਸ਼ਹੂਰੀ ਦਿੰਦੀ ਹੈ। ਤੇ ਗੁਜਰਾਤ ਚ ਤੇ ਹਿਮਾਚਲ ਚ ਤੇ ਬਜਟ ਪੰਜਾਬ ਦਾ ਪੇਸ਼ ਹੋਇਆ ਸਪੀਕਰ ਸਾਹਿਬ, ਆ ਪੇਪਰਲੈਸ ਹੈ। ਉੱਥੇ ਕਰ ਰਿਹਾ ਸੀ ਮਸ਼ਹੂਰੀ ਦੇਣੀ ਹੈ। ਜਦੋਂ ਬਜਟ ਚੰਗਾ ਹੈ, ਪੰਜਾਬ ਦੀ ਜਨਤਾ ਛਾਤੀ ਤੇ ਹੱਥ ਮਾਰ ਮਾਰ ਕੇ ਕਹੇਗੀ ਰਾਜੇ ਵੜਿੰਗ ਨੂੰ ਕਿਸੇ ਨੇ ਨਹੀਂ ਸੁਣਨਾ ਕਿ ਬਜਟ ਚੰਗਾ ਹੈ। ਪੰਜਾਬ ਦੀ ਜਨਤਾ ਦਾ ਬਜਟ ਹੈ, ਲੋਕਾਂ ਦਾ ਬਜਟ ਹੈ। ਜਨਤਾ ਚੀਕ ਚੀਕ ਕੇ ਕਹੇਗੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣਾ, ਪੈਸਾ ਖਰਾਬ ਕਰਨਾ, ਪਤਾ ਨਹੀਂ ਲੱਗੇਗਾ ਮੇਰੇ ਸਤਿਕਾਰਯੋਗ ਸਪੀਕਰ ਸਾਹਿਬ। ਫਿਰ ਇਹ ਗੱਲ ਕਹੀ ਗਈ। ਮੈਨੂੰ ਤਾਂ ਲੱਗਦਾ ਇਹਨਾਂ ਨੂੰ ਵੀ ਨਹੀਂ ਪੁੱਛਿਆ ਗਿਆ। ਬਣ ਕੇ ਆਇਆ ਬਜਟ ਦਿੱਲੀੋਂ ਬਣ ਕੇ ਆਇਆ। ਮੇਰੇ ਆਦਰਨੀय ਸਾਡੇ ਬਹੁਤ ਹੀ ਸਤਿਕਾਰਯੋਗ ਕਨਵੀਨਰ ਆਮ ਆਦਮੀ ਪਾਰਟੀ ਦੇ ਲੀਡਰ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ, ਕਹਿੰਦੇ 20% ਜਿਹੜਾ ਬਜਟ ਬਣਦਾ ਉਹਦੇ ਵਿੱਚ ਕਰਪਸ਼ਨ ਹੁੰਦੀ ਹੈ। 20%। ਜਦੋਂ ਉਹਨਾਂ ਨੇ ਪੁੱਛਿਆ ਗਰੰਟੀਆਂ ਕਿੱਥੋਂ ਦਿਓਗੇ, ਤਾਂ ਉਹਨਾਂ ਨੇ ਕਿਹਾ ਗਰੰਟੀਆਂ ਤਾਂ ਮੈਂ ਇਦਾਂ ਹੀ ਪੈਦਾ ਕਰ ਦੂੰਗਾ। 20% ਹੇਰ-ਫੇਰ ਹੁੰਦਾ ਬਜਟ ਤੋਂ, ਜਾਣੀ ਕਿ 1,56,000 ਕਰੋੜ ਰੁਪਏ ਦਾ ਬਜਟ ਆਇਆ। ਅਗਰ 20% ਦੀ ਗੱਲ ਕਰੀਏ ਤਾਂ 31,000 ਕਰੋੜ ਰੁਪਏ ਦਾ, ਮੈਂ ਸਮਝਦਾ ਕਿ ਉਹਦੇ ਚ ਉਹਨਾਂ ਨੇ ਕਿਹਾ ਹੇਰ-ਫੇਰ ਸੀ। ਉਹ ਕਿੱਥੇ ਹੈ 31,000? ਉਹਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਇਹ ਅਰਵਿੰਦ ਕੇਜਰੀਵਾਲ ਸਾਹਿਬ ਚੀਫ ਮਿਨਿਸਟਰ ਸਾਹਿਬ ਨੇ ਕਿਹਾ। ਫਿਰ ਉਹਨਾਂ ਨੇ ਕਿਹਾ ਵੀ ਰੇਤੇ ਚੋਂ 20,000 ਰੁਪਏ। ਦੇਖੋ ਪੰਜਾਬ ਸੱਚ ਸੁਣਨਾ ਚਾਹੁੰਦੀ ਹੈ, ਪੰਜਾਬ ਦੀ ਜਨਤਾ ਸੱਚ ਸੁਣਨਾ ਚਾਹੁੰਦੀ ਹੈ, ਪੰਜਾਬ ਦੇ ਲੋਕ ਸੱਚ ਸੁਣਨਾ ਚਾਹੁੰਦੇ ਆ। ਅਗਰ 20,000 ਕਰੋੜ ਰੁਪਇਆ ਜਿਹੜਾ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਰੇਤੇ ਚੋਂ ਆਮਦਨ ਆ ਜਾਏਗੀ, ਇਉਂ ਹੀ 56,000 ਕਰੋੜ ਰੁਪਇਆ ਕੱਢ ਲਿਆ ਜਾਏਗਾ। ਅਗਰ 20,000 ਕਰੋੜ ਰੁਪਇਆ ਆ ਗਏ, ਮੈਂ ਇਸ ਸਦਨ ਚ ਆਉਣਾ ਪਰ ਪੂਰੀ ਜ਼ਿੰਦਗੀ ਲਈ ਬੰਦ ਕਰ ਦੂੰਗਾ। ਇਹ ਬਹੁਤ ਵੱਡੀ ਗੱਲ ਆ। ਅਗਰ ਤੁਸੀਂ 20,000 ਕਰੋੜ ਰੁਪਇਆ ਰੇਤੇ ਚੋਂ ਆਮਦਨ ਕਰਕੇ ਦੱਸ ਦਿਓ, ਮੈਂ ਸਦਨ ਚ ਨਹੀਂ ਆਵਾਂਗਾ। ਸੋ ਗੱਲ ਉਨੀ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ। ਸਪੀਕਰ ਸਾਹਿਬ ਕਰਜ਼ੇ ਦੀ ਗੱਲ ਕਰ ਲਈਏ। ਬੋਰਿੰਗਸ ਜਿਹੜੀਆਂ ਹੋਈਆਂ, ਸਾਡੀ ਸਰਕਾਰ 2021 ਤੇ 22 ਚ ਸਾਡਾ ਐਸਟੀਮੇਟ ਸੀਗਾ ਸਰ 46,000 ਕਰੋੜ ਰੁਪਏ ਦਾ ਬੋਰਿੰਗ ਲੈਣ ਦਾ। ਤੇ ਤੁਹਾਡਾ ਵਿੱਤ ਮੰਤਰੀ ਸਾਹਿਬ ਤੁਸੀਂ ਬੋਰਿੰਗਸ ਵਾਲੇ ਦੱਸਿਆ, ਕਰਜ਼ੇ ਦੀ ਗੱਲ ਕੀਤੀ ਹੈ, ਤੁਸੀਂ 55,000 ਕਰੋੜ ਰੁਪਏ ਦੀ ਗੱਲ ਕੀਤੀ ਹੈ ਕਿ ਅਸੀਂ 55 ਨਿੰਦੀ ਸਾਨੂੰ ਜਾਣੇ ਹੋ ਕਿ ਅਸੀਂ ਕਰਜ਼ਾ ਲੈ ਗਏ।
ਤੁਸੀਂ 55,000 ਕੋਈ ਗੱਲ ਨਹੀਂ ਸਰ ਮੈਨੂੰ ਸਰਬਜੀਤ ਕੌਰ ਮਾਣੂਕੇ ਹੋ ਗਿਆ ਜੀ ਦੋਹਾਂ ਦਾ ਹੋ ਗਿਆ ਤੀਜਾ ਵੀ ਲੈਣਾ ਨਹੀਂ ਇਹ ਹੋ ਗਿਆ ਜੀ ਫਿਰ ਅਰੁਣਾ ਜੀ ਦਾ ਟਾਈਮ ਵੀ ਚਲੇ ਬੀਬਾ ਨਹੀਂ ਉਹ ਸਾਰਾ ਕਰਤਾ ਜੀ ਸਪੀਕਰ ਸਾਹਿਬ 7 ਮਿੰਟ ਐਕਸਟਰਾ ਮਿਲ ਗਏ ਨਾ ਜੀ ਥੋੜਾ ਨਹੀਂ ਉਹ ਦੇ ਰਹੇ ਹਾਂਜੀ ਤੁਹਾਡਾ ਟਾਈਮ ਦੇ ਰਹੀ ਹੈ ਜੀ ਠੀਕ ਹੈ ਜੀ ਰਾਜਾ ਜੀ ਜਿਹੜਾ ਜੀ 7 ਮਿੰਟ ਨੇ ਚਲੋ ਜੀ ਸਟੇਟ ਓਨ ਟੈਕਸ ਰੈਵਨਿਊ ਸੀ ਸਰ ਜਿਹਦੀ ਗੱਲ ਕਰਦੇ ਸੀ ਇਹਨਾਂ ਨੇ ਗੱਲ ਕੀਤੀ ਇਹਨਾਂ ਨੇ ਕੱਲ ਕਿਹਾ ਵੀ ਜੀਐਸਟੀ ਇਹਨਾਂ ਨੇ ਕਿਹਾ ਆਪਦੀ ਕਿਤਾਬ 'ਚ ਲਿਖਿਆ ਜੀਐਸਟੀ 'ਚ 27% ਇਨਕਰੀਜ਼ ਦਿਖਾਇਆ ਹੈ 10 ਤੋਂ 12% ਇਨਕਰੀਜ਼ ਮੈਨੂੰ ਨਹੀਂ ਲੱਗਦਾ ਜਿਹੜੀਆਂ ਵਧੀਆ ਸਰਕਾਰਾਂ ਨੇ ਵਧੀਆ ਸਟੇਟਸ ਨੇ ਉੱਥੇ 10 ਤੋਂ 12% ਜੀਐਸਟੀ 'ਚ ਵਾਧਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਆਫੀਸਰ ਸਾਹਿਬਾਨ ਬੈਠੇ ਨੇ ਇਹ 27% ਕਿੱਦਾਂ ਇਨਕਰੀਜ਼ ਕਰਨਗੇ ਅੱਜ ਹਿੰਦੁਸਤਾਨ ਟਾਈਮ ਦੇ ਵਿੱਚ ਟੈਕਸ ਇੰਟੈਲੀਜੈਂਸ ਯੂਨਿਟ ਦੇ ਕੋਈ ਬਾਦਿਸ਼ ਹੈਗਾ ਜਿੰਦਲ ਜਿਹੜਾ ਚੀਫ ਇੰਡਸਟਰੀ ਫੋਰਮ ਦਾ ਪ੍ਰਧਾਨ ਹੈ ਉਹਨੇ ਲਿਖਿਆ ਹੈ ਕਿ ਇਹਦਾ ਮਤਲਬ ਆ ਜਿਹੜਾ ਸਾਡੇ ਉੱਤੇ ਟੈਕਸ ਇੰਟੈਲੀਜੈਂਸੀ ਯੂਨਿਟ ਬਿਠਾਤਾ ਹੈ ਇਹ ਸਾਡਾ ਗਲ ਘੁੱਟੇਗਾ ਇਹ ਗਲ ਘੁੱਟੇਗਾ ਰਿਸ਼ਵਤਖੋਰੀ ਵਧੇਗੀ ਤੇ 27% ਅੱਜ ਇੰਡਸਟਰੀ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਇਹ ਕਿੱਥੋਂ 27% ਦਾ ਵਾਧਾ ਇਹ ਨਹੀਂ ਹੋਣਾ ਜਿਹੜਾ ਤੁਸੀਂ ਇਹਦੇ 'ਚ 27% ਦਾ ਵਾਧਾ ਲਿਖਤਾ ਦੂਜਾ ਚਲੋ ਜਲਦੀ ਇਹਨੂੰ ਮੈਂ ਵਾਈਂਡ ਅਪ ਕਰਾਂ 27% ਔਰਤਾਂ ਦਾ ਸੁਝਾਅ ਕੀ ਦਿੱਤਾ ਹੋਣਾ ਔਰਤ ਨੇ ਸੁਝਾਅ ਮੈਨੂੰ ਕਿਸੇ ਨੇ ਇਹਨਾਂ ਦੀ ਡਿਪਾਰਟਮੈਂਟ ਦੇ ਬੰਦੇ ਨੇ ਦੱਸਿਆ ਕਿ ਔਰਤਾਂ ਦੇ ਜ਼ਿਆਦਾ ਸੁਝਾਅ ਸੀਗੇ ਕਿ 1000 ਰੁਪਇਆ ਸਾਨੂੰ ਦਿਓ ਔਰਤਾਂ ਦੇ ਸੁਝਾਅ ਸਹੀ ਸੀਗੇ ਕਿ दारू ਸਸਤੀ ਨਾ ਕਰੋ ਲੇਕਿਨ ਕਿਸੇ ਨੇ ਔਰਤ ਦਾ ਸੁਝਾਅ ਨਹੀਂ ਲਿਆ ਗਿਆ ਐਕਸਾਈਜ਼ ਰੈਵਨਿਊ ਦੀ ਗੱਲ ਕੀਤੀ ਇਹਨਾਂ ਨੇ ਕਿਹਾ 6200 ਕਰੋੜ ਰੁਪਇਆ ਪਹਿਲਾਂ ਸਾਨੂੰ ਸਾਲਾਨਾ ਆਮਦਨ ਹੁੰਦੀ ਸੀ ਤੇ ਹੁਣ 9600 ਕਰੋੜ ਰੁਪਇਆ ਹੋਇਆ ਕਰੇਗੀ ਉਹ ਕਿਉਂ ਹੋਇਆ ਕਰੇਗੀ ਪਤਾ ਸਪੀਕਰ ਸਾਹਿਬ ਇੰਗਲਿਸ਼ ਜਿਹੜੀ दारू ਹੈ ਉਹਦਾ ਕੋਟਾ ਹੀ ਉਡਾਤਾ ਮਾਦਿਆ ਸ਼ੇਰਾਂ ਨੇ ਪਹਿਲਾਂ 46 ਲੱਖ ਡੱਬਾ ਵਿਕਦਾ ਸੀ ਪੰਜਾਬ ਦੇ ਅੰਦਰ ਹੁਣ ਉਹਦਾ ਕੋਟਾ ਉਡਾਤਾ ਇੱਕ L1 ਬਣਾ ਦਿੱਤਾ ਗਿਆ ਜਿਹਦੀ ਫੀਸ 4 ਕਰੋੜ ਰੱਖ ਦਿੱਤੀ ਗਈ ਪਹਿਲਾਂ 7 ਕਰੋੜ ਰੁਪਏ ਦਾ ਯੂਨਿਟ ਸੀ ਹੁਣ 30 ਕਰੋੜ ਰੁਪਏ ਦਾ ਕਰ ਦਿੱਤਾ ਗਿਆ ਔਰ ਕੋਟਾ ਉਡਾਉਣ ਦਾ ਮਤਲਬ ਇਹ ਹੈ ਜਾਂ ਤਾਂ ਪੰਜਾਬ ਦੇ ਲੋਕ दारू ਵੱਧ ਪੀਣਗੇ ਬਈ ਜਿਹੜਾ ਬੰਦਾ ਜਿੰਨੀ दारू ਪੀਤਾ ਉਹ ਕੋਟਾ ਕਿੱਥੋਂ ਲੱਗੂਗਾ ਰੈਵਨਿਊ ਆਊ ਕਿਵੇਂ ਸਮਗਲ ਹੋਊਗੀ दारू ਜਿਹੜੀ ਪੰਜਾਬ ਦੀ दारू ਹੈ ਉਹ ਬਾਹਰਲੇ ਸੂਬਿਆਂ 'ਚ ਸਮਗਲਿੰਗ ਹੋਏਗੀ ਫੇਰ ਉਹਦੇ ਨਾਲ ਰੈਵਨਿਊ ਵੱਧ ਸਕਦਾ ਅਦਰਵਾਈਜ਼ ਤਾਂ ਜਿੰਨੀ दारू ਪੀਣੀ ਹੈ 46 ਲੱਖ ਰੁਪਏ ਦਾ ਪਿਛਲੀ ਵਾਰੀ ਕੋਟਾ ਸੀ ਤੇ 48 ਲੱਖ ਬਾਕਸਿਸ ਲੱਗ ਗਏ ਹੁਣ ਇਹਨਾਂ ਨੇ ਉਹ ਕੋਟਾ ਮੈਨੂੰ ਲੱਗਦਾ ਕਿ ਉੱਥੇ ਕੋਈ ਕੋਟਾ ਫਿਕਸ ਹੋਣਾ ਚਾਹੀਦਾ ਚੀਮਾ ਸਾਹਿਬ ਨਹੀਂ ਤਾਂ ਪੰਜਾਬ ਦੇ ਵਿੱਚ ਹਾਹਾਕਾਰ ਮਚ ਜਾਏਗੀ ਔਰ ਜਿੱਦਾਂ दारू ਸਸਤੀ ਕੀਤੀ ਸਪੀਕਰ ਸਾਹਿਬ ਉਹਦੇ ਮੂਸੇਵਾਲਾ ਸਾਹਿਬ ਦੀ ਮੈਂ ਸਮਝਦਾ ਹੈ ਅਰਦਾਸ ਹੋ ਰਹੀ ਸੀ ਔਰ ਉਹਨਾਂ ਦੀ ਮਾਂ ਕਹਿ ਰਹੀ ਸੀ ਕਿ ਨਸ਼ਿਆਂ ਤੋਂ ਬਚੋ ਸਿੰਘ ਸਜੋ ਔਰ ਅਮਨ ਤੇ ਸ਼ਾਂਤੀ ਬਣਾ ਕੇ ਰੱਖੋ ਲੜੋ ਨਾ ਤੇ ਤੁਸੀਂ ਕੈਬਨਿਟ ਬਣਾ ਕੇ ਉਹਦੇ दारू ਸਸਤੀ ਕੀਤੀ ਮੈਨੂੰ ਲੱਗਦਾ ਕਿ ਇਹਦੇ ਨਾਲ ਕ੍ਰਾਈਮ ਤੇ ਸਮਗਲਿੰਗ ਵਧੇਗੀ ਸਪੀਕਰ ਸਾਹਿਬ ਬਿਜਲੀ ਦੀ ਗੱਲ ਕਰਾਂ ਚੰਗਾ ਫੈਸਲਾ ਹੈ ਤੁਸੀਂ 100 ਯੂਨਿਟ ਜਿਹੜਾ ਵਧਾ ਰਹੇ ਹੋ ਲੇਕਿਨ ਮੇਰੀ ਬੇਨਤੀ ਹੈ ਤੁਸੀਂ 1800 ਕਰੋੜ ਰੁਪਏ ਦੀ ਸਬਸਿਡੀ ਦੇ ਰਹੇ ਹੋ 2400 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਿਹੜੀ 7 ਕਿਲੋਵਾਟ ਵਾਲੇ ਨੂੰ ਅਸੀਂ ਦਿੱਤੀ ਸੀ ਤੁਸੀਂ ਕਿਲੋਵਾਟ ਵਾਲੇ ਨੂੰ ਕਿਹਾ ਕਿ ਅਸੀਂ 100 ਯੂਨਿਟ ਫ੍ਰੀ ਦੇਾਂਗੇ ਯਾਨੀ ਕਿ 300 ਯੂਨਿਟ ਦੇਾਂਗੇ ਕੋਈ ਵੀ ਵਿਅਕਤੀ ਨੂੰ ਤੇ ਅਸੀਂ ਕੀ ਕਹਿੰਦੇ ਅਸੀਂ ਕਿਹਾ ਸੀ ਅਸੀਂ ਕਰਕੇ ਗਏ ਸੀ 7 ਕਿਲੋਵਾਟ ਜਿਹਦੇ ਕੋਲੇ ਕਨੈਕਸ਼ਨ ਹੈਗਾ ਉਹਨੂੰ 3 ਰੁਪਏ ਬਿਜਲੀ ਸਸਤੀ ਦੇਾਂਗੇ 2400 ਕਰੋੜ ਰੁਪਏ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਵਰਗ ਨੂੰ ਸਬਸਿਡੀ ਦਿੰਦੇ ਸੀ ਉਹ ਤੁਸੀਂ ਉਡਾਤਾ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਤੁਸੀਂ ਕਿਹਾ ਕਿ ਅਸੀਂ 1 ਕਿਲੋਵਾਟ ਵਾਲੇ ਨੂੰ ਦੇਾਂਗੇ ਮੈਨੂੰ ਲੱਗਦਾ ਇਹਦੇ ਵਿੱਚ ਵੀ ਕੋਈ ਨਾ ਕੋਈ ਤਬਦੀਲੀ ਕਰਨ ਦੀ ਲੋੜ ਹੈਗੀ ਹੈ ਸਪੀਕਰ ਸਾਹਿਬ ਅੱਗੇ ਸਪੀਕਰ ਸਾਹਿਬ ਬੇਨਤੀ ਕਰਦਾ ਟਰਾਂਸਪੋਰਟ ਦੀ ਇਹਨਾਂ ਨੇ ਕਿਹਾ ਬੱਸ ਸਟੈਂਡਾਂ ਦੀ ਉਹੀ ਕਾਪੀ ਕੱਟ ਪੇਸਟ ਨਿਊ ਬੱਸ ਸਟੈਂਡ 41 ਤੇ ਰੈਨੋਵੇਸ਼ਨ ਵਾਲੇ 65 ਮੈਂ ਇਸ ਸਦਨ 'ਚ ਗੱਲ ਕਹਿਣੀ ਚਾਹਣਾ ਖੜਾ ਹੋ ਕੇ ਮੈਂ ਕਾਪੀ ਆਪਦੇ ਭਰਾ ਦੇਵਮਾਨ ਜੀ ਨੂੰ ਤੇ ਸਾਰਿਆਂ ਨੂੰ ਭੇਜਤੀ ਹੈ ਉਹ ਡਾਕੂਮੈਂਟ ਵੀ ਮੇਰੇ ਕੋਲ ਆ ਗਿਆ ਹੈ ਜਿਹਦੇ ਤੇ 400 ਕਰੋੜ ਰੁਪਇਆ 25 ਮਈ 2021 ਨੂੰ ਇੰਡੀਅਨ ਬੈਂਕ ਤੋਂ ਲੋਨ ਲੈ ਕੇ ਅਸੀਂ ਅੱਜ ਟਰਾਂਸਪੋਰਟ ਡਿਪਾਰਟਮੈਂਟ ਕੋਲੇ ਪਿਆ ਉਹਨਾਂ ਨੇ ਪੰਚਾਇਤੀ ਰਾਜ ਵਾਲਿਆਂ ਨੂੰ ਤੇ ਮਿਊਨਿਸਪਲ ਕਮੇਟੀ ਵਾਲੇ ਇਹਨਾਂ ਨੂੰ ਲੋਕਲ ਬਾਡੀਜ਼ ਨੂੰ ਕਿਹਾ ਸੀ ਵੀ ਜਿੱਥੇ ਜਿੱਥੇ ਥੋੜੀਆਂ ਥਾਵਾਂ ਹੈ ਉਹਨੂੰ ਤੁਸੀਂ ਕੰਮ ਕਰੋ ਇਹ ਭੁੱਲ ਕੇ ਲਿਖਣਾ ਇਹਦੇ ਵਿੱਚ ਵਰਕਸ਼ਾਪਸ ਵੀ ਨੇ ਤੇ ਹੀ ਸੋ ਕਹਿਣ ਦਾ ਮਤਲਬ ਮੈਂ ਕੋਈ
ਨੀ ਪੱਥਰ ਉਹ ਨਹੀਂ ਰੱਖਿਆ, ਟੈਂਡਰ ਕਿਵੇਂ ਲੱਗ ਗਿਆ ਸਪੀਕਰ ਸਾਹਿਬ? ਬਿਨਾ ਪੈਸੇ ਤੋਂ ਟੈਂਡਰ ਨਹੀਂ ਲੱਗ ਸਕਦਾ। ਬਿਲਡਿੰਗ ਡਿਮੋਲਿਸ਼ ਕਿਵੇਂ ਹੋਗੀ? ਹਾਂ ਠੀਕ ਹੈ, ਖੜੇ ਹੋ ਕੇ ਇੱਕ ਦੂਜੇ ਤੇ ਇਲਜ਼ਾਮਾਤ ਲਾ ਦਿਓ ਜਿੰਨੇ ਮਰਜ਼ੀ, ਉਹ ਪੰਜਾਬ ਦੀ ਜਨਤਾ ਜਾਣਦੀ ਹੈ। ਸੋ ਨਾਲ ਹੀ ਸਪੀਕਰ ਸਾਹਿਬ ਅੱਗੇ ਯੂਨੀਵਰਸਿਟੀ ਨੂੰ ਬੇਲ ਆਊਟ ਦੀ ਗੱਲ ਕੀਤੀ ਗਈ ਹੈ। ਪੰਜਾਬ ਯੂਨੀਵਰਸਿਟੀ ਨੂੰ ਅੱਜ ਅਖਬਾਰਾਂ ਚ ਆਇਆ, ਰੌਲਾ ਪਿਆ, 200 ਕਰੋੜ ਰੁਪਇਆ ਦੇ ਰਹੇ ਹੋ ਵਿੱਤ ਮੰਤਰੀ ਸਾਹਿਬ। 2020-21 ਅਸੀਂ 214 ਕਰੋੜ ਰੁਪਇਆ ਦਿੱਤਾ ਸੀ ਪੰਜਾਬੀ ਯੂਨੀਵਰਸਿਟੀ ਨੂੰ, 21-22 ਚ 207 ਕਰੋੜ ਰੁਪਇਆ ਦਿੱਤਾ ਸੀ। ਤੇ ਹੁਣ ਤੁਸੀਂ ਕਿਹਾ ਵਿਦਿਆ ਕਰਜ਼ੇ ਚ, ਮਾਨ ਸਾਹਿਬ ਜਾ ਕੇ ਆਏ ਸੀ, ਕਹਿੰਦੇ ਵਿਦਿਆ ਕਰਜ਼ੇ ਚ ਤਾਂ ਹੋਣੀ ਨਹੀਂ ਚਾਹੀਦੀ, ਤੁਸੀਂ 200 ਕਰੋੜ ਦੀ ਗੱਲ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬੀ ਯੂਨੀਵਰਸਿਟੀ ਤੇ ਉਹਨੂੰ ਰੋਜ਼ਾਨਾ ਇੱਕ ਮਹੀਨੇ ਚ 30 ਕਰੋੜ ਰੁਪਇਆ 30 ਕਰੋੜ ਰੁਪਇਆ, ਚਲੋ ਇੱਕ ਮਿੰਟ ਮੈਨੂੰ ਬੋਲਣ ਦਿਓ, ਤੁਸੀਂ ਬੋਲੋ। 30 ਕਰੋੜ ਤੁਸੀਂ ਮੰਤਰੀ ਜੀ ਤੁਸੀਂ ਨੋਟ ਕਰ ਲਓ, ਬੈਠੋ ਨੋਟ ਕਰ ਲਓ, ਮੰਤਰੀ ਜੀ ਜਵਾਬ ਦੇ ਦੇਣਗੇ। ਆ ਕਾਪੀ ਲਓ ਸਭ, ਚਲੋ ਮੰਤਰੀ ਜੀ ਧਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ ਔਰ ਬੈਠੋ। ਜਦੋਂ ਕੋਈ ਮਾਨਯੋਗ ਮੈਂਬਰ ਬੋਲ ਰਿਹਾ ਉਹਨੂੰ ਇੰਟਰਪਟ ਨਹੀਂ ਕੀਤਾ ਜਾਏਗਾ ਜੀ। ਮੈਂ ਡਾਕੂਮੈਂਟ ਸਾਰਾ ਟੇਬਲ ਨੋਟ ਕਰ ਲਓ, ਵੀ ਪਹੁੰਚਾਤਾ ਹੈ, ਤੁਸੀਂ ਨੋਟ ਕਰ ਲਓ, ਤੁਸੀਂ ਰਿਵਿਊ ਕਰ ਸਕਦੇ ਪਹੁੰਚਾਤਾ ਸਰ। ਉਹ ਮੈਂ ਇੱਕ ਮਿੰਟ ਜੀ, ਜਿਹੜੀ ਮੈਂ 200 ਕਰੋੜ ਦੀ ਯੂਨੀਵਰਸਿਟੀ ਦੀ ਗੱਲ ਕਰਦਾ ਸਾਹਿਬ, ਉਹਦਾ 30 ਕਰੋੜ ਰੁਪਏ ਦਾ ਇੱਕ ਮਹੀਨੇ ਦਾ ਖਰਚਾ ਹੈ। ਉਹ ਬੇਲ ਆਊਟ ਨਹੀਂ ਹੋਏਗੀ 200 ਕਰੋੜ ਰੁਪਏ ਦੇ ਨਾਲ। ਘੱਟੋ ਘੱਟ 150 ਕਰੋੜ ਰੁਪਇਆ ਲਮਸਮ ਦੇ ਕੇ ਉਹਦਾ ਪਹਿਲਾਂ ਕਰਜ਼ਾ ਉਤਾਰ ਦਈਏ 30 ਕਰੋੜ, ਜਾਨੀ ਕਿ 6 ਮਹੀਨਿਆਂ ਚ ਜਿਹੜਾ 200 ਕਰੋੜ ਰੁਪਇਆ ਦੇਣਗੇ ਉਹ ਖਤਮ ਹੋ ਜਾਏਗਾ, ਫਿਰ ਸੈਲਰੀਜ਼ ਨਹੀਂ ਦਿੱਤੀਆਂ ਜਾਣੀਆਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਸਪੀਕਰ ਸਾਹਿਬ ਇਹ ਪੁਆਇੰਟ ਆਫ ਆਰਡਰ ਜੀ ਲੀਡ ਕਰ ਰਹੇ ਆ। ਚੰਨੀ ਸਾਹਿਬ ਨੇ ਕੱਲਾ ਐਲਾਨ ਕੀਤੇ ਆ, ਕੋਈ ਪੈਸਾ ਨਹੀਂ ਦਿੱਤਾ ਯੂਨੀਵਰਸਿਟੀ ਨੂੰ। ਕਿੱਥੇ ਆਇਆ ਪੈਸਾ ਦੱਸੋ, ਤੁਸੀਂ ਕਿੱਥੇ ਆਇਆ? ਨਾ ਚੰਨੀ ਵਾਲੇ ਆਏ ਨਾ, ਤੁਹਾਡੇ ਵਾਲੇ ਆਇਆ। ਚੱਲ ਕੇ ਕਿੱਥੇ ਆਇਆ ਪੈਸਾ? ਚਲੋ ਕਰੋੜ ਉਹ ਯਾਰ ਮੈਂ ਬੈਠੋ, ਚਲੋ ਬੈਠੋ। ਅੱਜ ਦੇ ਅਖਬਾਰ ਚ, ਅੱਜ ਦੇ ਬ੍ਰਦਰ ਅਖਬਾਰ ਚ ਧਾਲੀਵਾਲ ਸਾਹਿਬ ਬੈਠੋ, ਉਹਨਾਂ ਦਾ 1 ਮਿੰਟ ਰਹਿ ਗਿਆ, ਉਹਨਾਂ ਨੂੰ ਯੂਜ਼ ਕਰ ਲੈਣ ਦਿਓ ਜੀ। ਸੋ ਮੈਂ ਕੋਈ ਇਲਜ਼ਾਮਤ ਲਾਉਣ ਤੇ ਖੜਾ ਨਹੀਂ ਹੋਇਆ, ਇਹ ਤੁਸੀਂ ਆંકੜੇ ਪਤਾ ਕਰ ਲਿਓ। ਬਿਲਕੁਲ ਵੀ ਅਗਰ ਮੇਰਾ ਆંકੜਾ ਇੱਕ ਵੀ ਗਲਤ ਹੋਇਆ, ਮੈਂ ਖੜਾ ਹੋ ਕੇ ਹਾਊਸ ਤੋਂ ਮਾਫੀ ਮੰਗਾਂਗਾ। 2021 ਚ 214 ਕਰੋੜ, 2021-22 ਚ 207 ਕਰੋੜ ਇਹ ਪੈਸਾ ਉੱਥੇ ਗਿਆ, ਪੰਜਾਬੀ ਯੂਨੀਵਰਸਿਟੀ ਚ ਗਿਆ। ਮੈਂ ਵੀ ਕੱਲ ਨੂੰ ਕਨਫਰਮ ਕਰਕੇ ਆਇਆ। ਦੂਜੀ ਗੱਲ ਸਪੀਕਰ ਸਾਹਿਬ, ਇਹ ਕੰਮ ਇਦਾਂ ਨਹੀਂ ਚੱਲਣਾ ਕਿ ਜੇ ਕੋਈ ਬੰਦਾ ਕਿਸੇ ਦੀ ਆਪਦੀ ਗੱਲ ਕਰ ਰਿਹਾ, ਹੁਣ ਮੈਂ ਕੱਲ ਕਹਾਂ ਬਜਟ ਜਦੋਂ ਪੇਸ਼ ਹੋ ਰਿਹਾ ਸੀ ਚੀਮਾ ਸਾਹਿਬ ਦਾ, ਮੈਂ ਕਿਹਾ ਸਾਰੇ ਆંકੜੇ ਫੱਜ ਹੈ, ਇਹ ਗਲਤ ਹਾਊਸ ਨੂੰ ਮਿਸਲੀਡ ਕਰ ਰਹੇ ਹੈ। ਉਹਦਾ ਤੁਹਾਨੂੰ ਕਾਗਜ਼ ਪੱਤਰ ਪੇਸ਼ ਕਰਨਾ ਪਏਗਾ। ਅਗਰ ਮੈਂ ਬੱਸ ਸਟੈਂਡਾਂ ਦੀ ਗੱਲ ਕੀਤੀ ਹੈ ਧਾਲੀਵਾਲ ਸਾਹਿਬ ਤੇ ਮੈਂ ਕੀਤੀ ਹੈ ਤਾਂ ਉਹਦੇ ਵਾਸਤੇ ਸਰਬਜੀਤ ਕੌਰ ਮਾਣੂਕੇ ਹੋ ਗਿਆ ਜੀ, ਸਪੀਕਰ ਸਾਹਿਬ ਹੋ ਗਿਆ ਰਾਜਾ ਜੀ, ਹੋ ਗਿਆ ਜੀ, ਕੰਕਲੂਡ ਹੋ ਗਿਆ। ਸਪੀਕਰ ਸਾਹਿਬ